ਪਿਆਰੇ ਦਰਸ਼ਕੋ, ਤੁਹਾਡਾ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਹਨ, ਜਿਨ੍ਹਾਂ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਾਂਗੇ। ਇਸ ਗੱਲ ਨੂੰ ਲੈ ਕੇ ਕਿ ਚੋਣਾਂ ਦੇ ਵਿੱਚ ਬਹੁਤਾ ਸਮਾਂ ਨਹੀਂ ਰਹਿ ਗਿਆ, ਥੋੜ੍ਹਾ ਸਮਾਂ ਰਹਿ ਗਿਆ, ਅਤੇ ਜਦੋਂ ਚੋਣਾਂ ਦੇ ਵਿੱਚ ਜਾਣਾ, ਉਸ ਸਮੇਂ ਕਾਂਗਰਸ ਪਾਰਟੀ ਅਤੇ ਕਾਂਗਰਸ ਦਾ ਸਰਕਾਰ ਦੇ ਅਤੇ ਆਗੂਆਂ ਦੇ ਵਿਚਾਲੇ ਅਜੀਬੋ ਕਿਸਮ ਦੀ ਜਿਹੜੀ ਖਿੱਚੋਤਾਣ ਚੱਲ ਰਹੀ ਹੈ, ਅਤੇ ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਕਮਾਂਡ ਸੌਂਪੀ ਆ, ਨਵਜੋਤ ਸਿੰਘ ਸਿੱਧੂ, ਉਹ ਦੂਜੇ ਤੀਜੇ ਦਿਨ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਉੱਪਰ ਕੁਝ ਹਮਲੇ ਕਰ ਰਹੇ ਨੇ ਵੀ ਅਸੀਂ ਬੇਅਦਬੀ ਦੇ ਉੱਪਰ ਲੋਕਾਂ ਨਾਲ ਵਾਅਦਾ ਕੀਤਾ ਸੀਗਾ, ਫਿਰ ਨਸ਼ਿਆਂ ਦੇ ਉੱਪਰ ਵਾਅਦਾ ਕੀਤਾ ਸੀਗਾ। ਫਿਰ ਜਿਹੜੇ ਸਾਬਕਾ ਪ੍ਰਧਾਨ ਜਿਹੜੇ ਸੁਨੀਲ ਜਾਖੜ ਆ, ਉਹ ਵੀ ਕਦੇ ਇਸ ਮੁੱਦੇ 'ਤੇ ਨਹੀਂ ਬੋਲਦੇ ਰਹੇ। ਇਹ ਜਿਹੜੀ ਆਵਾਜ਼ ਇਸ ਢੰਗ ਨਾਲ ਉਹ ਚੁੱਕ ਰਿਹਾ, ਇਹ ਮਾਮਲਿਆਂ ਦੇ ਵਿੱਚ ਕੁਝ MLA ਨੇ ਵੀ ਉਹਨਾਂ ਨੂੰ ਕਿਹਾ ਵੀ ਇਹ ਪਾਰਟੀ ਦੇ ਅੰਦਰ ਮਾਮਲੇ ਉਠਾਉਣ ਦਾ ਮਾਮਲਾ ਹੈਗਾ, ਸਵਾਲ ਹੈ। ਤੁਸੀਂ ਜਿਹੜਾ ਹੋਰ ਫੋਰਮਾਂ ਦੇ ਉੱਪਰ ਉਠਾ ਕੇ ਪਾਰਟੀ ਲਈ ਪਰੇਸ਼ਾਨੀਆਂ ਦਾ ਸਬੱਬ ਬਣ ਰਹੇ ਹੋ, ਤੇ ਜਗਤਾਰ ਸਿੰਘ ਜੀ ਤੋਂ ਜਾਣਦੇ ਹਾਂ ਕਿ ਉਹ ਇਸ ਮੁੱਦੇ ਦੇ ਉੱਪਰ ਕੀ ਕਹਿਣਾ ਚਾਹੁੰਦੇ। ਮੈਨੂੰ ਜਿਹੜਾ ਪਹਿਲਾ ਇੰਪ੍ਰੈਸ਼ਨ ਲੱਗਦਾ ਹੈ ਨਾ ਵੀ ਇਹਨਾਂ ਦੇ ਕੁਝ ਐਸੇ ਲੀਡਰ ਹੈ ਜਿਨ੍ਹਾਂ ਨੇ ਫੈਸਲਾ ਕੀਤਾ ਹੋਇਆ ਕਿ ਅਸੀਂ ਕਾਂਗਰਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਪਾਵਰ ਦੇ ਵਿੱਚ ਨਹੀਂ ਆਉਣ ਦੇਣਾ। ਆਪੋਜੀਸ਼ਨ ਇੰਨਾ ਆਪਣੇ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਟਿਸਾਈਜ਼ ਨਹੀਂ ਕਰਦੀ ਜਿੰਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਰੀ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੇ ਹਰ ਐਕਸ਼ਨ ਤੇ ਕਮੈਂਟ ਕਰਦੇ ਹੈ, ਤੇ ਉਹ ਆਪਣਾ ਖਾਸ ਤਰ੍ਹਾਂ ਦਾ ਏਜੰਡਾ ਮੇਰਾ ਖਿਆਲ ਲੈ ਕੇ ਚੱਲੇ ਹੋਏ। ਨਾਲ ਸੁਨੀਲ ਜਾਖੜ ਹੋਰੀ, ਉਹ ਪਹਿਲਾਂ ਕਦੇ ਇਸ ਤਰ੍ਹਾਂ ਕਮੈਂਟ ਨਹੀਂ ਸੀ ਕਰਦੇ ਹੁੰਦੇ। ਜਦੋਂ ਤੋਂ ਉਹਨਾਂ ਨੂੰ ਅਨਾਊਂਸ ਕਰਕੇ ਵੀ CM ਬਣਾਵਾਂਗੇ, ਮੁੜਕੀ ਕੁਰਸੀ ਥੱਲੇ ਖਿੱਚ ਲਈ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੁਖ ਬਦਲ ਲਿਆ ਪਾਰਟੀ ਬਾਰੇ। ਹੁਣ ਇਹ ਦੋਵੇਂ ਇਕੱਠੇ ਹੋ ਕੇ ਗੱਲਾਂ ਕਰਦੇ ਨੇ, ਕਿਉਂ ਪੋਜੀਸ਼ਨ ਤਾਂ ਵੱਖਰੀ ਵੱਖਰੀ ਇੱਕ ਦੂਜੇ ਦੇ ਖਿਲਾਫ ਹੀ ਬੋਲ ਦਿੰਦੇ ਹੈ, ਲੇਕਿਨ ਟਾਰਗੇਟ ਪਾਰਟੀ ਹੋ ਰਹੀ ਉਹਦੇ 'ਚ। ਹੁਣ ਜਿਹੜੇ ਮੁੱਦਿਆਂ ਦੀ ਗੱਲ ਹੈ ਕਿ ਚੰਨੀ ਜੀ ਕਰਦੇ ਹੈ, ਆਪਣੇ ਸਿੱਧੂ ਹੋਰੀ ਕਰ ਰਹੇ ਵੀ ਆ ਕਰਜ਼ਾ ਬਹੁਤ ਹੈ ਜੀ। ਕਰਜ਼ਾ ਤਾਂ ਪਿਛਲੇ 30 ਸਾਲ ਤੋਂ ਹੈ ਪੰਜਾਬ ਤੇ 10 ਦਿਨਾਂ ਦੇ ਵਿੱਚ ਤਾਂ ਇਹ ਸਾਰੇ ਜਿਹੜੇ ਮਸਲੇ ਹੈਗੇ ਹੈ ਇਹ ਹੱਲ ਨਹੀਂ ਹੋ ਜਾਣੇ। ਜਾਂ ਜਿੰਨਾ 3 ਮਹੀਨੇ ਦਾ ਸਰਕਾਰ ਨੂੰ ਸਮਾਂ ਮਿਲਿਆ, ਉਹਦੇ 'ਚ ਵੀ ਨਹੀਂ ਹੱਲ ਹੋ ਜਾਣਾ। ਨਹੀਂ, ਉਹਦੇ 'ਚ ਵੀ ਨਹੀਂ। ਮੈਨੂੰ ਟੈਕਨੀਕਲਟੀ ਨਹੀਂ ਪਤਾ ਇਸ ਮਾਮਲੇ ਦੀ, ਲੇਕਿਨ ਜਿਹੜੇ ਡਰੱਗ ਦੀ ਰਿਪੋਰਟ ਕਹਿ ਰਹੇ ਹੈ ਹਾਈ ਕੋਰਟ ਦੇ ਵਿੱਚ ਸੀਲ ਵੱਧ ਪਈ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਐਕਸ਼ਨ ਲੈਣ ਦਾ। ਇਹਨਾਂ ਬਿਨਾਂ ਹੋਰ ਤਾਂ ਕੋਈ ਕਹਿ ਨਹੀਂ ਰਿਹਾ ਸਰਕਾਰ ਦੇ ਵਿੱਚ ਬਈ ਐਕਸ਼ਨ ਲਿਆ ਜਾ ਸਕਦਾ ਹੈ। ਸੋ ਜਿਹੜੀ ਗੱਲ ਸਾਹਮਣੇ ਬਿਲਕੁਲ ਆ ਰਹੀ ਹੈ ਉਹ ਤਾਂ ਹੁਣ ਇਹੀ ਹੈ ਕਿ ਜਿੰਨੇ ਵੀ ਇਹ ਐਕਸ਼ਨ ਕਰ ਰਹੇ ਹੈ, ਉਹ ਜਿਹੜਾ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਚੰਨੀ ਜੀ, ਉਹਨੂੰ ਨਿਊਟਰਲਾਈਜ਼ ਕਰ ਦਿੰਦੇ ਅਗਲੇ ਦਿਨ, ਜਿਵੇਂ ਧਾਰ ਕੇ ਬੈਠੇ ਹੁੰਦੇ ਹਨ ਵੀ ਇਹ ਦੁਬਾਰਾ CM ਕਿਵੇਂ ਬਣ ਜੇ। ਮੈਂ ਤਾਂ ਉਹੋ ਜਿਹੀ ਇੰਪ੍ਰੈਸ਼ਨ ਜਿਹਾ ਲੱਗ ਰਿਹਾ ਵੀ ਜੇ ਅਸੀਂ ਨਹੀਂ ਬਣੇ ਤੇ ਭਾਈ ਚੰਨੀ ਜੀ ਹੁਣ 3 ਮਹੀਨੇ CM ਰਹਿਣਗੇ, ਇਸ ਤੋਂ ਜ਼ਿਆਦਾ ਤਾਂ ਅਸੀਂ ਰਹਿਣ ਨਹੀਂ ਦੇਣਾ। ਲੜਾਈ ਹੁਣ ਇਹ ਵੀ ਹੈ ਕਿ ਇਲੈਕਸ਼ਨ ਕੰਪੇਨ ਦੀ ਕਮਾਂਡ ਕੌਣ ਸਾਂਭੇਗਾ, ਜਾਂ ਤਾਂ ਦਿੱਲੀ ਵਾਲੇ ਸਾਂਭਣ, ਤੇ ਇਹ ਦੋ ਜਿਹੜੇ ਇੰਜਣ ਹੈ ਇਹ ਉਹਨਾਂ ਦੇ ਥੱਲੇ ਹੋਣ। ਹੁਣ ਦੋਵਾਂ ਨੂੰ ਪਤਾ ਹੈ ਜਿਹਦੇ ਕੋਲ ਕਮਾਂਡ ਹੋਏਗੀ, ਜੇ ਕੱਲ੍ਹ ਨੂੰ ਪਾਰਟੀ ਉਸ ਪੋਜੀਸ਼ਨ 'ਚ ਆ ਜਾਂਦੀ ਸਰਕਾਰ ਬਣਾਉਣ ਦੀ, ਤੇ ਉਹੀ CM ਬਣੇਗਾ। ਹੁਣ ਚੰਨੀ ਜੀ ਨੇ ਮਤਲਬ ਆਪਣਾ ਜਿਸ ਢੰਗ ਨਾਲ ਆਪਣੇ ਆਪ ਨੂੰ ਪੇਸ਼ ਕੀਤਾ, ਤੇ ਉਹਦੇ ਨਾਲ ਪਰਸੈਪਸ਼ਨ ਬਿਲਡ ਹੋ ਰਹੀ ਹੈ ਕਿ ਪੋਜ਼ਿਟਿਵ ਪਰਸੈਪਸ਼ਨ ਬਿਲਡ ਹੋ ਰਹੀ ਉਹਨਾਂ ਦੀ, ਤੇ ਕਿਸੇ ਨੂੰ ਆਸ ਨਹੀਂ ਸੀ। ਸੋ ਮੈਨੂੰ ਲੱਗਦਾ ਕਿ ਜਿਹੜੇ ਬਾਕੀ ਲੀਡਰ ਹੈਗੇ ਆ ਉਹਨਾਂ ਨੂੰ ਸਮਝ ਆ ਗਈ ਕਿ ਜੇ ਵੋਟਾਂ ਇਹਨਾਂ ਦੇ ਨਾਂ 'ਤੇ ਪੈਣਗੀਆਂ ਫਿਰ ਅਸੀਂ ਤਾਂ ਭਾਈ ਗਏ। ਸੋ ਉਹ ਪੋਜੀਸ਼ਨ ਹੌਲੀ ਹੌਲੀ ਅਮਲ ਹੋ ਕੇ ਸਾਹਮਣੇ ਆ ਰਹੀ ਹੈ। ਜੇ ਇੱਕ ਹਫ਼ਤੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਸਿਚੁਏਸ਼ਨ ਨੂੰ ਨਾ ਰੋਕਿਆ ਗਿਆ ਤੇ ਪਾਰਟੀ ਦਾ ਡੈਮੇਜ ਫਰਦਰ ਹੋਰ ਹੋ ਜਾਏਗਾ। ਜਿਸ ਕੰਮ ਨੂੰ ਰੋਕਣ ਲਈ ਇਹਨਾਂ ਨੇ ਨਵਾਂ ਮੁੱਖ ਮੰਤਰੀ ਲਿਆਂਦਾ ਸੀ, ਉਹ ਤਾਂ ਪੁੱਠਾ ਪੈ ਰਿਹਾ ਸਾਰਾ ਕੁਛ।
ਜਿਹੜੇ ਇਸ਼ੂ ਆ ਜਿਹੜੇ ਹੁਣ ਉਠਾਉਣੇ ਸ਼ੁਰੂ ਕੀਤੇ, ਇਸ਼ੂ ਇਹ ਪੁਰਾਣੇ ਨੇ, ਕੋਈ ਨਵੇਂ ਨਹੀਂ ਗੇ। ਇਹ ਇਸ਼ੂ ਜਦੋਂ ਮੁੱਖ ਮੰਤਰੀ ਨੂੰ ਬਦਲਣਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਉਸ ਵੇਲੇ ਵੀ ਇਹੀ ਇਸ਼ੂ ਸੀਗੇ। ਇਹਨਾਂ ਨੂੰ ਰਿਜ਼ੋਲਵ ਕਰਨ ਦਾ ਜਿੰਨਾ ਇਹ ਸਰਕਾਰ ਕੋਲ ਸਮਾਂ ਰਹਿ ਗਿਆ, ਨਾ ਬੇਅਦਬੀ ਦਾ ਇਸ਼ੂ ਸੋਲਵ ਹੋਣਾ, ਨਸ਼ਿਆਂ ਦੀ ਇੱਕ ਲੰਮੀ ਲੜਾਈ ਹੈ। ਠੀਕ ਹੈ, ਇੱਕ ਰਿਪੋਰਟ ਜਿਹੜੀ ਉਹ ਮੇਰਾ ਖਿਆਲ ਜਨਤਕ ਹੋ ਜਾਣੀ ਚਾਹੀਦੀ, ਉਹਦੇ 'ਚ ਕੋਈ ਇਹੋ ਜਿਹੀ ਗੱਲ ਜੋ ਵੀ ਹੋਵੇ ਸਾਹਮਣੇ ਆ ਜਾਣੀ ਚਾਹੀਦੀ। ਪਰ ਜਿਹੜਾ ਦੂਜਾ ਬੇਅਦਬੀ ਵਾਲਾ ਇਸ਼ੂ ਆ, ਮੈਨੂੰ ਨਹੀਂ ਲੱਗਦਾ ਇਹ ਸਰਕਾਰ ਦੇ ਜਿੰਨਾ ਕੁ ਸਮਾਂ ਮਹੀਨੇ ਕੁ ਦਾ ਹੁਣ ਰਹਿ ਗਿਆ, ਉਹਦੇ 'ਚ ਇਹਦੇ ਸੋਲਵ ਹੋਣ ਦੀ ਜਿਹੜੀ ਆ ਕੋਈ ਪੋਸੀਬਿਲਿਟੀ ਨਹੀਂ, ਉਹ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਹੈ ਹਾਂਜੀ ਕਿਸੇ ਤਰੀਕੇ ਨਾਲ ਵੀ, ਕਿਉਂਕਿ ਉਹਦੇ 'ਚ ਕੋਰਟ ਦੀ ਇੰਟਰਵੈਂਸ਼ਨ ਹੈ। ਹਾਂਜੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਵਿੱਚੋਂ ਇੱਕ ਦੇ ਕੋਲੇ ਬਲੈਕ ਬੇਲ ਹੈ। ਹਾਂਜੀ ਜਦ ਤੱਕ ਉਹਨੂੰ ਕੇਸ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਇੰਟਰੋਗੇਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਤਾਂ ਕੇਸ ਅੱਗੇ ਵਧਣਾ ਨਹੀਂ। ਹਾਂਜੀ ਸੋ ਇਹ ਤਾਂ ਗੱਲ ਇਸ ਵੇਲੇ ਇਸ ਸਰਕਾਰ ਦੇ ਵਿੱਚ ਖਤਮ ਹੋ ਗਈ। ਇਹ ਇਸ਼ੂ ਉਸੇ ਦਾ ਉੱਥੇ ਹੀ ਖੜਾ ਹੈ। ਉਹ ਜਿਹੜੇ ਤੁਸੀਂ ਕਹਿ ਰਹੇ ਨਾ, ਜਿਹਦੇ ਕੋਲ ਬਲੈਂਕਟ ਬੇਲ ਆ, ਉਹਦਾ ਜਿਹੜਾ ਸਬੰਧ ਆ ਫਾਇਰਿੰਗ ਵਾਲਾ ਜਿਹੜਾ ਐਪੀਸੋਡ ਹੈਗਾ ਬਹਿਬਲ ਕਲਾਂ ਤੇ ਜਿਹੜੀ ਕੋਟਕਪੂਰਾ 'ਚ ਫਾਇਰਿੰਗ ਹੈ। ਦੂਜਾ ਜਿਹੜਾ ਡੇਰਾ ਮੁਖੀ ਦਾ ਮਾਮਲਾ ਹੈਗਾ, ਉਹਦੀ ਜਿਹੜੀ ਉਹ ਜਿਹੜੇ ਹੁਣ ਇਸ ਵੇਲੇ ਚੇਅਰਪਰਸਨ ਆ, ਜਿਹਨੇ ਕੱਲ ਪੇਸ਼ ਹੋਣਾ ਸੀਗਾ, ਉਹ ਪੇਸ਼ ਨਹੀਂ ਹੋਈ ਉੱਥੇ ਡੇਰੇ ਦੀ। ਜਿਹੜਾ ਬੇਅਦਬੀ ਵਾਲਾ ਵੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਤੋਂ ਬਾਅਦ ਜਿਹੜੇ ਪੱਤਰੇ ਖਿਲਾਰੇ ਗਏ ਸੀਗੇ, ਡੇਰੇ ਵੱਲ ਨੂੰ ਜਿਹੜਾ ਹੈਗਾ ਵੀ ਡੇਰੇ ਦੇ ਵਿੱਚ ਸਾਜ਼ਿਸ਼ ਬਣੀ ਸੀ। ਇਹਨਾਂ ਦੋਨਾਂ ਦੇ ਵਿੱਚ ਹੀ ਮੇਰਾ ਖਿਆਲ ਜਿਹੜਾ ਕੰਮ ਸਿਰੇ ਲੱਗਣ ਦੀ ਕੋਈ। ਦੇਖੋ, ਪਹਿਲਾਂ ਤਾਂ ਜਦੋਂ ਇਹਨਾਂ ਨੇ ਡੇਰਾ ਮੁਖੀ ਨੂੰ ਕੁਐਸਚਨ ਕਰਨ ਦੀ ਐਪਲੀਕੇਸ਼ਨ ਦਿੱਤੀ ਸੀ ਕੋਰਟ ਦੇ ਵਿੱਚ, ਉਦੋਂ ਮਨਜ਼ੂਰ ਹਰਿਆਣਾ ਗਵਰਨਮੈਂਟ ਨੇ ਅਲਟੀਮੇਟ ਪਰਮਿਸ਼ਨ ਨਹੀਂ ਦਿੱਤੀ। ਹੁਣ ਪਰਮਿਸ਼ਨ ਮਿਲੀ ਹੈ, 2 ਇੰਟਰੋਗੇਸ਼ਨ ਹੋ ਚੁੱਕੀ ਹੈ। ਹੁਣ ਜਿਹੜਾ ਫਰਦਰ ਪ੍ਰੋਸੀਜਰ ਹੈ ਤੇ ਜਿਸ ਤਰ੍ਹਾਂ ਨਾਲ ਆਪਣੇ ਇੰਟਰੋਗੇਸ਼ਨ ਹੁੰਦੀ ਹੈ ਜਾਂ ਲੀਗਲ ਐਸਪੈਕਟ ਉਹਦੇ ਅੱਗੇ ਵਧਦੇ ਹੈ, ਇਹ ਉਸੇ ਢੰਗ ਨਾਲ ਹੀ ਚੱਲਣਾ ਹੈ। ਉਹ ਟਾਈਮ ਹੀ ਨਹੀਂ ਹੈ। ਹੁਣ ਉਹਨਾਂ ਨੇ ਸਬਰ ਕੀਤਾ ਸੀ, ਉਹ ਨਹੀਂ ਆਏ ਤੇ ਲੀਗਲੀ ਇਹਨਾਂ ਨੂੰ ਫਿਰ ਫਰਦਰ ਪੁਲਿਸ ਪ੍ਰੋਸੀਡ ਕਰਨਾ ਪੈਣਾ, ਪੀਓ ਡਿਕਲੇਅਰ ਕਰਨਾ ਪੈਣਾ ਅਲਟੀਮੇਟਲੀ, ਜੇ ਨਹੀਂ ਆਉਂਦੇ ਤਾਂ। ਸੋ ਪ੍ਰੋਸੈਸ ਹੈ। ਇਹਨੇ ਟਾਈਮ ਦੇ ਵਿੱਚ ਤਾਂ ਸਰਕਾਰ ਦੀ ਤੁਹਾਡੀ ਅਗਲੀ ਇਲੈਕਸ਼ਨ ਆ ਗਈ। ਸੋ ਇਹਨਾਂ ਕੋਲ ਟਾਈਮ ਹੀ ਨਹੀਂ ਹੈ ਇਸ ਚੀਜ਼ ਦੇ ਉੱਤੇ ਆ ਕੇ। ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਮਾਮਲਾ ਡਿਲੇ ਕਰਨਾ ਨਾ ਪੰਜਾਬ ਦੇ ਹੱਕ ਵਿੱਚ ਹੈ, ਨਾ ਕਾਂਗਰਸ ਦੇ ਹੱਕ ਵਿੱਚ ਹੈ, ਤੇ ਨਾ ਅਕਾਲੀ ਦਲ ਦੇ ਹੱਕ ਵਿੱਚ ਹੈ। ਜਿਹੜੇ ਐਸੇ ਇਸ਼ੂ ਹੈ ਜਿਨ੍ਹਾਂ ਦਾ ਬ੍ਰੌਡਰ ਇੰਪੈਕਟ ਲੌਂਗ ਰਨ ਪੈ ਸਕਦਾ ਹੈ, ਉਹ ਰਿਜ਼ੋਲਵ ਹੋਣੇ ਚਾਹੀਦੇ। ਬਿਲਕੁਲ। ਭਾਵੇਂ ਕਸੂਰਵਾਰ ਕੌਣ ਹੈ, ਮੈਂ ਇਹਦੀ ਗੱਲ ਨਹੀਂ ਕਰਦਾ। ਸੋ ਇਹ ਸਾਰਾ ਇਸ਼ੂ ਸੈਟਲ ਹੋਣਾ ਚਾਹੀਦਾ। ਇਹ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ, ਉਹਨਾਂ ਦੇ ਸਮੇਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਇਹਦੇ 'ਚ ਦੇਰੀ ਹੋਈ ਹੈ। ਕਿਉਂ ਦੇਰੀ ਇੰਨੀ ਕੀਤੀ? ਦੇਖੋ, ਉਹਨਾਂ ਨੇ ਜੇ ਰਿਕਾਰਡ ਦੇਖੀ, ਇਹ ਤਾਂ ਪਹਿਲਾਂ ਕਮਿਸ਼ਨ ਬਣਾਤਾ। ਹਾਂਜੀ। ਉਹਦੀ ਰਿਪੋਰਟ 2018 ਚ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ SIT ਬਣਾਤੀ। ਉਹਦੇ ਜੋ ਕੁਛ ਹੋਇਆ ਸਭ ਦੇ ਸਾਹਮਣੇ ਲੀਗਲੀ। ਸੋ ਆਪਣੇ ਆਪ ਇਹ ਦੇਖਣ ਨੂੰ ਨਹੀਂ ਲੱਗਦਾ ਵੀ ਦੇਰ ਹੋਈ ਹੈ, ਲੇਕਿਨ ਦੇਰ ਤਾਂ ਹੋਈ ਹੈ। ਇਹ ਇਸ਼ੂ ਰਿਜ਼ੋਲਵ ਹੋਣੇ ਚਾਹੀਦੇ ਹੈ। ਉਹ ਡੈਲੀਬਰੇਟ ਹੋਵੇ ਜਾਂ ਜਿਸ ਤਰ੍ਹਾਂ ਮਰਜ਼ੀ ਹੋਵੇ, ਇਹ ਇਸ਼ੂ ਹੁਣ ਜ਼ਿਆਦਾ ਪੋਲੀਟੀਕਲ ਹੈ ਗਿਆ। ਹਾਂਜੀ। ਤੇ ਅਕਾਲੀ ਦਲ ਦਾ ਨੁਕਸਾਨ 2017 ਚ ਹੋਇਆ, ਹੁਣ ਨਾਲ ਕਾਂਗਰਸ ਦਾ ਵੀ ਹੋ ਸਕਦਾ ਹੈ। ਹੁਣ ਦੁਕਾਨ ਤਾਂ ਇਹ ਹੈ ਨਾ ਵੀ ਲੋਕ ਵੋਟ ਕਿਹਨੂੰ ਪਾਉਣਗੇ ਫਿਰ। ਬਿਲਕੁਲ। ਜਿਹੜੀ ਤੀਸਰੀ ਧਿਰ ਹੈ ਉਹ ਕਹਿੰਦੀ ਵੀ ਅਸੀਂ ਤੁਹਾਨੂੰ ਲੀਡਰ ਨਹੀਂ ਦੇਣਾ ਪੰਜਾਬ ਦੇ ਵਿੱਚ। ਸੋ ਪੰਜਾਬ ਦੀ ਸਿਚੁਏਸ਼ਨ ਬੜੀ ਅਜੀਬੋ-ਗਰੀਬ ਹੈ ਇਸ ਵੇਲੇ। ਮੇਰੇ ਕੋਲ ਕੇਜਰੀਵਾਲ 6ਵਾਂ-7ਵਾਂ ਗੇੜਾ ਪੰਜਾਬ 'ਚ ਲਾ ਰਿਹਾ ਹੈ, ਤੇ ਜਿਹੜਾ ਬੇਸਿਕ ਸਵਾਲ ਹੈਗਾ ਵੀ ਕੌਣ ਪੰਜਾਬ ਦੇ ਵਿੱਚ ਲੀਡ ਕਰੇਗਾ, ਉਹ ਸਵਾਲ ਤਾਂ ਉਹਨਾਂ ਦਾ ਉਵੇਂ ਦਾ ਉਵੇਂ ਖੜਾ ਹੈ। ਮੈਨੂੰ ਲੱਗਦਾ ਵੀ ਉਹ ਕਿਸੇ ਨੂੰ ਟਰਸਟ ਕਰਨ ਨੂੰ ਤਿਆਰ ਹੀ ਨਹੀਂ ਪੰਜਾਬ ਦੇ ਕਿਸੇ ਲੀਡਰ ਨੂੰ। ਜੇ ਤੁਸੀਂ ਪਾਰਟੀ ਦੇ ਪ੍ਰਧਾਨ ਨੂੰ ਬਿਠਾ ਕੇ ਆਪਣੇ ਨਾਲ ਅਨਾਉਂਸਮੈਂਟ ਕਰੋ ਵੀ ਅਸੀਂ ਪੰਜਾਬ ਨੂੰ ਇੱਕ ਵਧੀਆ ਸਿੱਖ ਚਿਹਰਾ ਦਿਆਂਗੇ, ਤੇ ਉਸ ਪ੍ਰਧਾਨ ਦੇ ਪੱਲੇ ਕੀ ਰਹੇਗਾ ਉਸ ਤੋਂ ਬਾਅਦ? ਉਹ ਤਾਂ ਤੁਸੀਂ ਸਪੌਟ ਤੇ ਰਿਜੈਕਟ ਕਰ ਦਿਓ, ਜਾਂ ਕਾਨਫੀਡੈਂਸ ਲੈ ਕੇ ਗੱਲ ਕਰੋ, ਤੁਸੀਂ ਕਿਸੇ ਹੋਰ ਢੰਗ ਨਾਲ ਗੱਲ ਕਰੋ। ਔਰ ਕਦੇ ਇਹ ਨਹੀਂ ਕਿਹਾ ਜਾਂਦਾ ਵੀ ਸਿੱਖ ਚਿਹਰਾ ਦਿਆਂਗੇ, ਕਾਂਗਰਸ ਨੇ ਵੀ ਗਲਤੀ ਕੀਤੀ ਸੀ, ਇਹਨਾਂ ਨੇ ਵੀ ਗਲਤੀ ਕੀਤੀ ਹੈ, ਕਿਉਂਕਿ ਵਧੀਆ ਚਿਹਰਾ ਦਿਆਂਗੇ। ਬਿਲਕੁਲ। ਸੈਕੂਲਰ ਸਟੇਟ ਨਾਲੇ ਕਾਂਗਰਸ ਨੂੰ ਤਾਂ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ। ਜਿਸ ਤਰੀਕੇ ਦੀ ਪਾਰਟੀ ਹੈ, ਸੈਕੂਲਰ ਕ੍ਰੈਡੈਂਸ਼ੀਅਲ ਵਾਲਾ ਮਾਮਲਾ ਹੈਗਾ, ਕੁਝ ਗੱਲਾਂ ਅੰਡਰਸਟੂਡ ਹੁੰਦੀਆਂ ਸਿਆਸਤ ਦੇ ਵਿੱਚ। ਪੰਜਾਬ ਦੇ ਬਾਰੇ ਇਹੀ ਮੈਨੂੰ ਸਭ ਨੂੰ ਪਤਾ ਵੀ ਕੋਈ ਸਟੇਟ ਹੈ ਜਿੱਥੇ ਸਿੱਖ ਡੋਮੀਨੇਟਡ ਹੈ। ਜੇ ਉੱਥੇ ਸਿੱਖ CM ਨਹੀਂ ਬਣੇਗਾ
ਤੇ ਹੋਰ ਹਰਿਆਣੇ ਜਾ ਕੇ ਥੋੜੀ ਬਣੇਗਾ ਜਾਂ ਹਿਮਾਚਲ 'ਚ ਬਣੇਗਾ। ਸੋ ਇੱਥੇ ਤਾਂ 6 CM ਹੀ ਬਣੇਗਾ, ਲੇਕਿਨ ਇਹ ਅਨਰਿਟਨ ਇੱਕ ਲਾਅ ਹੈ। ਜਿੱਦਾਂ ਇੱਕ ਆਮ ਆਦਮੀ ਪਾਰਟੀ ਬਾਰੇ ਵੀ ਜਿਹੜਾ ਕੇਜਰੀਵਾਲ ਨੇ ਕਿਹਾ ਵੀ ਹਰੇਕ ਔਰਤ ਨੂੰ 1000 ਰੁਪਇਆ ਮਹੀਨਾ ਦੇਵਾਂਗੇ, ਇਹਨੂੰ ਬਹੁਤ ਸਾਰੇ ਲੋਕ ਜਿਹੜੇ ਸਮਝਦੇ ਵੀ, ਜਾਂ ਕਈਆਂ ਨੇ ਕਿਹਾ ਵੀ ਇਸ ਮੁੱਦੇ ਦੇ ਉੱਪਰ ਜਿਹੜਾ ਉਹ ਬ੍ਰਾਈਬ ਕਰਨਾ ਚਾਹੁੰਦੇ। ਕੀ ਤੁਸੀਂ ਕੀ ਸਮਝਦੇ ਹੋ? ਨਹੀਂ, ਇਹ ਫਿਰ ਆਈਸੋਲੇਟ ਕਰਕੇ ਨਾ ਦੇਖੋ। ਜਦੋਂ ਅਕਾਲੀ ਦਲ ਨੇ ਆਪਣੇ ਦਾਲ ਵਗੈਰਾ, ਆਟਾ ਤੇ ਦਾਲ ਸਬਸਿਡਾਈਜ਼ ਦਿੱਤੇ ਸੀ, ਹਾਂਜੀ। ਇਹ ਤਾਂ ਉੱਥੇ ਵੀ ਲਾਗੂ ਹੁੰਦਾ ਸੀ। ਬਿਲਕੁਲ। ਉਸ ਤੋਂ ਪਹਿਲਾਂ ਜਦੋਂ ਫ੍ਰੀ ਟਿਊਬਵੈਲ ਕੀਤੇ ਸੀ, ਹਾਂਜੀ, ਬਿਜਲੀ ਫ੍ਰੀ ਦਿੱਤੀ ਸੀ ਟਿਊਬਵੈਲ ਨੂੰ, ਉੱਥੇ ਵੀ ਲਾਗੂ ਹੁੰਦਾ ਸੀ 97 ਦੇ ਵਿੱਚ। ਸੋ ਇਹਨੂੰ ਸਿਰਫ ਇਸੇ ਨੂੰ ਕਰਕੇ ਨਾ ਦੇਖੀਏ, ਇਹ ਪੁਰਾਣੀ ਚੱਲੀ ਆ ਰਹੀ ਹੈ। ਦੋ ਐਸਪੈਕਟ ਹੈਗੇ ਹੈ। ਫਾਰਮ ਸੈਕਟਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਸਬਸਿਡਾਈਜ਼ਡ ਹੈ। ਹਾਂਜੀ। ਸਬਸਿਡੀ ਦੇਣੀ ਕਿਵੇਂ ਹੈ, ਇਹ ਫੈਸਲਾ ਜੁਡੀਸ਼ੀਅਸ ਹੋਣਾ ਚਾਹੀਦਾ ਹੈ। ਆਪਾਂ ਨੂੰ ਹੁਣ ਪਤਾ ਹੈ ਕਿ ਜਿਹੜੀ ਫ੍ਰੀ ਬਿਜਲੀ ਦਿੱਤੀ ਟਿਊਬਵੈਲ ਵਾਸਤੇ, ਉਹਦੇ ਨਾਲ ਡੈਮੇਜ ਬਹੁਤ ਜ਼ਿਆਦਾ ਹੋਰ ਢੰਗ 'ਤੇ ਹੋ ਗਿਆ। ਉਹੀ ਸਬਸਿਡੀ ਕਿਸੇ ਹੋਰ ਢੰਗ ਨਾਲ ਦਿੱਤੀ ਜਾਂਦੀ ਤੇ ਸ਼ਾਇਦ ਬਚਾਅ ਹੋ ਜਾਂਦਾ ਕਾਫੀ। ਹੁਣ ਉਹਨੂੰ ਵਾਪਸ ਵੀ ਨਹੀਂ ਕੀਤਾ ਜਾ ਸਕਦਾ ਨਾ। 1000 ਰੁਪਏ ਦੀ ਜਿਹੜੀ ਗੱਲ ਹੈ, ਮੈਂ ਸੋਸ਼ਲ ਸਿਕਿਉਰਿਟੀ ਨਾਲ ਜੋੜ ਕੇ ਦੇਖਦਾ। ਹਰ ਡਿਵੈਲਪ ਕੰਟਰੀ ਦੇ ਵਿੱਚ ਸੋਸ਼ਲ ਸਿਕਿਉਰਿਟੀ ਪ੍ਰੋਵਾਈਡਡ ਹੈ, ਉਹਨੂੰ ਡੋਲਤ ਨਹੀਂ ਕਿਹਾ ਜਾਂਦਾ। ਲੇਕਿਨ ਅਸੀਂ ਜਿਸ ਢੰਗ ਨਾਲ ਇੱਥੇ ਦੇ ਰਹੇ ਹਾਂ ਜਾਂ ਉਹ ਅਨਾਉਂਸ ਕਰਦੇ ਹਾਂ, ਉਹ ਲੱਗਦਾ ਵੀ ਖੈਰਾਤ ਹੈ ਤੇ ਵੋਟਾਂ ਖਰੀਦਣ ਵਾਸਤੇ ਹੈ। ਇਹ ਸਿਰਫ ਆਮ ਆਦਮੀ ਪਾਰਟੀ ਦੀ ਗੱਲ ਨਹੀਂ, ਇਹ ਸਾਰਿਆਂ ਤੇ ਹੀ ਲਾਗੂ ਹੁੰਦੀ ਹੈ। ਤਾਂ ਜਿਹੜੀ ਇਹ ਚੀਜ਼ ਹੈ, ਇਹ ਅਵਾਇਡ ਕਰਨੀ ਚਾਹੀਦੀ ਹੈ। ਇੱਕ ਅੱਜ ਅਕਾਲੀ ਦਲ ਵੱਲੋਂ ਜਿਹੜਾ ਹੈ, ਮਤਲਬ ਇਸ ਵੇਲੇ ਉਹ ਮੁੱਖ ਮੰਤਰੀ ਦੀ ਕੋਠੀ ਨੂੰ ਜਾ ਰਿਹਾ ਵੀ ਮਜੀਠੀਆ ਦੇ ਵਿਰੁੱਧ ਸਰਕਾਰ ਕਾਰਵਾਈ ਕਰ ਸਕਦੀ, ਅਰੈਸਟ ਕਰ ਸਕਦੀ ਹੈ। ਪਹਿਲਾਂ ਇਹ ਕਿਹਾ ਜਾਂਦਾ ਹੈ ਸੁਖਬੀਰ ਸਿੰਘ ਜਿਹੜੇ ਬਾਦਲ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਕਿਹਾ ਵੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੁੰਦੀ। ਇਹ ਟੋਟਲ ਇਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਸਿਰਫ ਇੱਕ ਐਗਜ਼ਾਮਪਲ ਦਿਆਂਗਾ ਇੱਥੇ। ਜਦੋਂ ਕੈਪਟਨ ਸਾਹਿਬ 2002 ਦੇ ਵਿੱਚ ਪਾਵਰ 'ਚ ਆਏ ਸੀਗੇ, ਉਹਨਾਂ ਨੇ ਪੂਰਾ ਜ਼ੋਰ ਲਾ ਕੇ ਬਾਦਲ ਪਰਿਵਾਰ ਦੇ ਖਿਲਾਫ ਕੇਸ ਦਰਜ ਕੀਤਾ ਸੀ ਤੇ ਅਲਟੀਮੇਟਲੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਦੋਵਾਂ ਨੂੰ ਜੇਲ੍ਹ ਜਾਣਾ ਪਿਆ ਹਫ਼ਤੇ ਵਾਸਤੇ। ਤੇ ਉਸ ਕੇਸ ਨੇ ਇਸ ਪਰਿਵਾਰ ਨੂੰ ਰਿਵਾਈਵ ਕਰਤਾ। ਹਾਂਜੀ। ਇਲੈਕਸ਼ਨ ਹਾਰਨ ਤੋਂ ਬਾਅਦ ਇਹ ਥੋੜ੍ਹੇ ਜਿਹੇ ਕਾਰਨਰ ਫੀਲ ਕਰ ਰਹੇ ਸੀ। ਲੋਕਾਂ ਨੇ, ਜਿਹੜੇ ਲੀਡਰ ਸੀਗੇ, ਇਹਨਾਂ ਦੇ ਘਰ ਜਾਣਾ ਛੱਡਤਾ ਸੀ। ਹੁਣ ਹੋਇਆ ਕਿ ਜਦੋਂ ਅੰਦਰ ਦੇ ਤਾਂ ਤੇ ਜੇਲ੍ਹ ਦੇ ਬਾਹਰ, ਇੱਕ ਤਾਂ ਚਲੋ ਅੰਦਰ ਤਾਂ ਕੋਰਟ ਦੇ ਆਰਡਰ ਤੇ ਹੋਏ, ਕੇਸ ਤਾਂ ਇਹਨਾਂ ਨੇ ਕਰਾਇਆ। ਜੇ ਉਦੋਂ ਵੀ ਯਾਦ ਹੋਵੇ, ਜਿਹੜਾ ਪ੍ਰੈਸ ਨੋਟ ਇਸ਼ੂ ਕੀਤਾ ਗਿਆ, ਉਹ 'ਤੇ ਲਿਖਿਆ ਵੀ 3600 ਕਰੋੜ ਦਾ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ। ਜਿਹੜਾ ਕੇਸ ਹੋਇਆ 72 ਕਰੋੜ ਸੀ ਮੇਰੇ ਖਿਆਲ 'ਚ। 72 ਕੇ ਕਾਫੀ ਘੱਟ ਸੀਗਾ ਦੋਨਾਂ ਦੇ ਵਿੱਚ। ਉਹ ਮਤਲਬ ਪਹਿਲਾਂ 3600 ਕਰੋੜ ਕਹਿ ਕੇ ਤੁਸੀਂ 72 ਕਰੋੜ ਦਾ ਅਲਟੀਮੇਟਲੀ ਕੇਸ ਕੱਢਿਆ ਜੀ। ਉਹ ਵੀ ਕੇਸ ਅਲਟੀਮੇਟਲੀ ਖਤਮ ਹੋ ਗਿਆ। ਜਿਸ ਜਿਹੜੀ ਗੱਲ ਮੈਂ ਕਹਿਣ ਲੱਗਿਆ ਰਿਵਾਈਵਲ ਦੀ, ਪਹਿਲਾਂ ਤਾਂ ਅੰਦਰ ਹੋ ਗਏ, ਰੱਖਤਾ ਪਟਿਆਲੇ ਜੇਲ੍ਹ ਦੇ ਵਿੱਚ। ਉੱਥੋਂ ਗੁਰਚਰਨ ਸਿੰਘ ਟੌਹੜਾ ਦਾ ਪਿੰਡ ਸੀ 20 ਮਿੰਟ ਵਿੱਚੋਂ ਸ਼ਾਰਟਕਟ ਨਵਾਂ ਬਣਿਆ ਸੀਗਾ, ਤੇ ਉਹਨਾਂ ਨੇ ਸਵੇਰੇ ਰੋਜ਼ ਆ ਜਾਣਾ ਤੇ ਆ ਕੇ ਰੋਣਾ ਪੂਰਾ ਉੱਥੇ ਕਾਨਫਰੰਸ ਕਰਨੀ। ਹਫ਼ਤੇ ਦੀ ਪਾਰਟੀ ਤੁਰ ਪਈ ਤੇ ਜਦੋਂ ਬਾਹਰ ਆਏ ਬਾਦਲ ਸਾਹਿਬ, ਉਹ ਮੁੜ ਕੇ ਛਾ ਗਏ। ਹਾਂਜੀ। ਸੋ ਜਿਹੜੇ ਐਸੇ ਕੇਸ ਹੁੰਦੇ ਹਨ, ਉਹਦੀ ਪੋਲੀਟੀਕਲ ਫਾਲ ਆਊਟ ਬਹੁਤ ਹੁੰਦੀ ਹੈ। ਹੁਣ ਵੀ ਮੈਨੂੰ ਇਹੀ ਲੱਗ ਰਿਹਾ, ਜੇ ਗਲਤ ਢੰਗ ਨਾਲ ਇਹ ਕੇਸ ਬਣਾਉਣਗੇ ਤੇ ਉਹਦੇ ਵਿੱਚ ਅਕਾਲੀ ਦਲ ਮੁੜ ਕੇ ਫਿਰ ਰਿਵਾਈਵ ਹੋ ਜਾਏਗਾ। ਜਿਹੜੀ ਕੋਈ ਮਾੜੀ ਮੋਟੀ ਕਸਰ ਰਹਿੰਦੀ ਸੀ ਨਾ, ਉਹ ਇਸ ਕੇਸ 'ਚ ਪੂਰੀ ਹੋ ਜਾਏਗੀ। ਲੇਕਿਨ ਜੇ ਕੋਈ ਰਿਪੋਰਟ ਹੈਗੀ ਐਸੀ ਤੇ ਜਨਤਕ ਕਰੋ ਤੇ ਐਕਸ਼ਨ ਲਓ। ਬਿਲਕੁਲ ਜਨਤਕ, ਪਹਿਲਾਂ ਤਾਂ ਜਨਤਕ ਹੋਣੀ ਚਾਹੀਦੀ ਹੈ, ਜਨਤਕ ਉਹ ਤੋਂ ਬਾਅਦ ਅੱਗੇ ਤੁਰਿਆ ਜਾਣਾ ਚਾਹੀਦਾ। ਉਸ ਤੋਂ ਬਾਅਦ ਐਕਸ਼ਨ ਲਓ। ਤੇ ਤੁਹਾਨੂੰ ਲੱਗਦਾ ਵੀ ਸਰਕਾਰ ਕੋਲ 1 ਮਹੀਨੇ ਦੇ ਵਿੱਚ ਸਮੇਂ 'ਚ ਸਾਰਾ ਕੁਝ ਕਰ ਦਿੱਤਾ ਜਾਏ? ਐਕਸ਼ਨ ਤਾਂ 24 ਘੰਟੇ 'ਚ ਵੀ ਹੋ ਜਾਂਦਾ। ਜੇ ਰਿਪੋਰਟ ਤੁਹਾਡੇ ਕੋਲ ਹੈਗੀ ਹੈ ਤੇ ਹੁਣ ਤੱਕ ਐਕਸ਼ਨ ਕਿਉਂ ਨਹੀਂ ਹੋਇਆ? ਹੋਣੇ ਕਿਉਂ? ਇਲੈਕਸ਼ਨ ਇਸ਼ੂ ਨਹੀਂ ਬਣਾਉਣਾ ਚਾਹੀਦਾ, ਬਾਕੀ ਜੋ ਮਰਜ਼ੀ ਕਰ ਲਓ। ਪਰ ਇਲੈਕਸ਼ਨ ਇਸ਼ੂ, ਕਿਉਂਕਿ ਚੋਣਾਂ ਸਿਰ ਤੇ, ਇਸ ਕਰਕੇ ਇਲੈਕਸ਼ਨ ਇਸ਼ੂ ਤਾਂ ਬਣੇਗੇ। ਨਹੀਂ, ਜੇ ਕਾਊਂਟਰ ਪ੍ਰੋਡਕਟਿਵ ਹੋ ਗਿਆ ਤਾਂ ਉਸ ਤੋਂ ਬਾਅਦ ਜੇ ਤੁਸੀਂ ਗਲਤ ਢੰਗ ਨਾਲ ਅਰੈਸਟ ਕਰਕੇ ਅੰਦਰ ਕਰੋਗੇ ਤੇ ਕੱਲ੍ਹ ਨੂੰ ਬੇਲ ਹੋ ਜਾਏਗੀ
ਫਿਰ ਪੁੱਠਾ ਪੈ ਜਾਏਗਾ। ਹਾਂ ਸੋ ਕਾਹਲੀ ਦੇ ਵਿੱਚ ਨਹੀਂ, ਜੇ ਹੁਣ ਤੱਕ ਕੁਝ ਨਹੀਂ ਹੋਇਆ ਤੇ ਅਗਲੇ 15 ਦਿਨਾਂ 'ਚ ਕੀ ਹੋ ਸਕਦਾ? ਜਿਹੜਾ ਅਕਾਲੀ ਦਲ ਦਾ ਅੱਜ ਦਾ ਐਕਸ਼ਨ ਹੈ, ਇਹ ਗ੍ਰਿਫਤਾਰੀ ਨੂੰ ਟਾਲਣ ਦਾ ਹੈ ਜਾਂ ਕੀ ਇਹਦੇ ਚ ਕੱਢਣਾ ਚਾਹੁੰਦਾ ਹੈ? ਇਹ ਪ੍ਰੀਐਮਪਟ ਕਰਨਾ ਚਾਹੁੰਦੇ ਸੀ ਉਹਨਾਂ ਨੂੰ, ਜਿਸ ਤਰ੍ਹਾਂ ਪਿਛਲੇ ਹਫਤੇ ਗੱਲ ਆਈ ਸੀ ਇੱਕ ਜਨਾਨੀ ਸ਼ਿਕਾਇਤ ਕਰੇਗੀ ਤੇ ਉਹ ਬੇਸਿਸ ਤੇ ਐਫਆਈਆਰ ਲਿਖਿਆ ਜਾਏਗਾ। ਉਹ ਸੁਖਬੀਰ ਹੋਰਾਂ ਨੇ ਕੀਤੀ ਸੀ ਪ੍ਰੈਸ ਕਾਨਫਰੰਸ। ਹਾਂਜੀ ਹਾਂਜੀ ਮੈਂ ਫਿਰ ਵਾਪਸ 2002 ਤੇ ਵਾਲੇ ਕੇਸ ਦਾ ਜਾਣਨਾ ਚਾਹੂੰਗਾ। ਉਹ ਕੇਸ ਵੀ ਜਦੋਂ ਰਜਿਸਟਰ ਹੋਣਾ ਸੀ ਉਸ ਤੋਂ 3-4 ਦਿਨ ਪਹਿਲਾਂ ਸੁਖਬੀਰ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹ ਪੂਰਾ ਕੇਸ ਹੀ ਉਹਦੀ ਕਾਪੀ ਜਰਨਲਿਸਟਾਂ ਨੂੰ ਦਿੱਤੀ ਸੀ, ਤੇ ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਉਸ ਕੇਸ ਤੇ ਉਹੀ ਕਾਪੀ ਵੰਡੀ ਗਈ ਸੀ। ਸੋ ਹੁਣ ਵੀ ਇਹੀ ਹੈ, ਇਹਨਾਂ ਨੇ ਪ੍ਰੀਐਮਪਟ ਕਰਤਾ ਹੈ। ਉਹ ਜਨਾਨੀ ਵਾਲੇ ਕੇਸ 'ਚ ਵੀ ਕੀਤਾ, ਹੁਣ ਇਹਦੇ ਵਿੱਚ ਵੀ ਕਰਤਾ ਹੈ। ਇਹਦਾ ਮਤਲਬ ਇਹ ਹੈ ਕਿ ਸਾਰੀ ਇਨਫੋਰਮੇਸ਼ਨ ਚੰਨੀ ਸਰਕਾਰ ਦੀ ਬਾਹਰ ਦੂਜੇ ਪਾਸੇ ਜਾ ਰਹੀ ਹੈ। ਔਰ ਮੇਰੇ ਖਿਆਲ 'ਚ ਨਾਰਮਲ ਹੁੰਦਾ, ਜਿਹੜੀ ਪਾਰਟੀ ਨੇ 10 ਸਾਲ ਲਗਾਤਾਰ ਰਾਜ ਕੀਤਾ ਹੋਵੇ ਉਹਦੇ ਸੈੱਲ ਤਾਂ ਹੁੰਦੇ। ਇਸ ਤੋਂ ਇਲਾਵਾ ਜਿਹੜੇ ਸਰਗਰਮੀਆਂ ਤਿੰਨਾਂ ਪਾਰਟੀਆਂ ਦੀਆਂ, ਆਪ ਦੀਆਂ, ਕਾਂਗਰਸ ਦੀਆਂ, ਅਕਾਲੀ ਦਲ ਦੀਆਂ ਜਿਹੜੀਆਂ ਹੋ ਰਹੀਆਂ, ਇਹ ਤੋਂ ਇਲਾਵਾ ਇੱਕ ਬਹੁਤ ਵੱਡੀ ਗੱਲ ਘਟਨਾ ਸਾਡੇ ਦੇਸ਼ 'ਚ ਵਾਪਰੀ ਹੈ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪਏ। ਤੇ ਕੱਲ 1 ਸਾਲ ਪੂਰਾ ਹੋ ਗਿਆ, ਵਰ੍ਹੇਗੰਢ ਸੀਗੀ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਉਸ ਅੰਦੋਲਨ ਦਾ ਪੰਜਾਬ ਤੇ 5 ਸੂਬਿਆਂ ਦੀ ਚੋਣਾਂ ਦੇ ਉੱਪਰ ਕੀ ਇੰਪੈਕਟ ਤੁਸੀਂ ਦੇਖਦੇ? ਸਿੱਧਾ ਇੰਪੈਕਟ ਤਾਂ ਯੂਪੀ ਤੇ ਸੀ, ਜਿਹਦੇ ਕਰਕੇ ਇਹਨਾਂ ਨੂੰ ਵਾਪਸ ਲੈਣੇ ਪਏ ਕਾਨੂੰਨ। ਪੰਜਾਬ ਤਾਂ ਬੀਜੇਪੀ ਨੂੰ ਮੈਟਰ ਨਹੀਂ ਕਰਦਾ, ਹਾਂਜੀ ਯੂਪੀ ਕਰਦੀ ਹੈ। ਹੁਣ ਪਹਿਲਾਂ ਤਾਂ ਵੈਸਟਰਨ ਯੂਪੀ 'ਚ ਉਹਦਾ ਇੰਪੈਕਟ ਪਿਆ, ਫਿਰ ਜਦੋਂ ਈਸਟਰਨ ਯੂਪੀ ਪੜਨਾ ਸ਼ੁਰੂ ਹੋ ਗਿਆ, ਉਦੋਂ ਇਹਨਾਂ ਨੂੰ ਲੱਗਿਆ ਵੀ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ। ਮੈਂ ਇਹਨੂੰ ਇੱਕ ਫੈਕਟਰ ਮੰਨਦਾ, ਹਾਂਜੀ ਕੋਈ ਹੋਰ ਵੀ ਫੈਕਟਰ ਹੋ ਸਕਦੇ ਆ ਸਾਰੇ ਇਸ਼ੂ ਦੇ ਵਿੱਚ। ਪੰਜਾਬ ਤੇ ਹੁਣ ਤੱਕ ਨਹੀਂ ਸਮਝ ਆ ਰਹੀ ਕਿ ਇਲੈਕਸ਼ਨ ਤੇ ਇਸ ਸਾਰੇ ਸਟਰਗਲ ਦਾ ਕੀ ਅਸਰ ਪਏਗਾ, ਕਿਸ ਪਾਸੇ ਸਾਰੀ ਗੱਲ ਜਾਏਗੀ। ਸਾਰੀਆਂ ਪਾਰਟੀਆਂ ਕਲੇਮ ਕਰਦੀਆਂ ਕਿ ਅਸੀਂ ਸਪੋਰਟ ਕੀਤਾ ਵੀ ਇੱਕ ਸਟੇਜ ਤੋਂ ਬਾਅਦ ਸਾਰੇ ਨੇ। ਸੋ ਜਦੋਂ ਕਿਸਾਨ ਵਾਪਸ ਆ ਕੇ ਵੋਟਾਂ ਪਾਉਣ ਜਾਣਗੇ, ਦੇਖੋ ਪਾਰਟੀਆਂ ਨਾਲ ਤਾਂ ਉਹ ਲੋਕ ਵੀ ਬੱਝੇ ਹੋਏ ਜਿਹੜੇ ਬਾਰਡਰ ਤੇ ਬੈਠੇ, ਹਾਂਜੀ ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੋਈ ਆਪ ਦੇ ਨਾਲ ਬੱਝੇ ਹੋਵੇ। ਸੋ ਵੋਟਿੰਗ ਬਿਹੇਵੀਅਰ ਕਿਵੇਂ ਉਸ ਤੋਂ ਬਾਅਦ ਇਫੈਕਟ ਹੋਏਗਾ, ਉਹ ਹਾਲੇ ਟਾਈਮ ਲੱਗੇਗਾ ਪ੍ਰੋਸੈਸ ਕਰਦੇ। ਇਹ ਵੀ ਹੋ ਸਕਦਾ ਕਿ ਕੁਝ ਮਾਮਲੇ ਹੋਰ ਲੈ ਕੇ ਜਿਹੜੇ ਚੱਲ ਰਹੇ ਸੀਗੇ, MSP ਕੇਸ ਵਾਪਸ ਕਰਨੇ, ਕੁਝ ਹੋਰ ਮਸਲਿਆਂ ਲੈ ਕੇ ਕਿਸਾਨ ਅਜੇ ਵੀ ਕਹਿੰਦੇ ਵੀ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ। ਉਹਨਾਂ ਨੇ ਫੈਸਲਾ ਕਰਨਾ ਹੈ। ਹਾਂਜੀ ਅੱਜ ਮੀਟਿੰਗ ਹੈ, ਅੱਜ ਮੀਟਿੰਗ ਹੈ, ਉਸ ਤੋਂ ਬਾਅਦ ਗੱਲ ਸਾਹਮਣੇ ਆਏਗੀ। ਤੇ ਅਨਾਉਂਸਮੈਂਟ ਲਗਾਤਾਰ ਹੋ ਰਹੀ ਹੈ, ਜਿਹੜੀ ਕੱਲ੍ਹ ਵੀ ਅਨਾਉਂਸਮੈਂਟ ਕੀਤੀ ਰਾਜੇਵਾਲ ਹੋਰਾਂ ਨੇ, ਉਗਰਾਹਾਂ ਹੋਰਾਂ ਨੇ ਵੀ, ਕਿ ਜਦ ਤੱਕ ਸਾਰੇ ਮਾਮਲੇ ਰਿਜ਼ਾਲਵ ਨਹੀਂ ਹੁੰਦੇ ਸਾਡਾ ਅੰਦੋਲਨ ਜਾਰੀ ਰਹੇਗਾ। ਤੇ ਹੁਣ ਇੱਕ ਨਵਾਂ ਜੋਸ਼ ਆ ਗਿਆ ਕਿਸਾਨ, ਹਾਂਜੀ ਹਾਂਜੀ ਬਿਠਾ ਲਿਆ ਹੁਣ ਤਾਂ ਵੀ ਅੱਧਾ ਕੰਮ ਹੋ ਗਿਆ, ਇੱਕ ਧੱਕਾ ਹੋਰ ਮਾਰੋ ਤੇ ਬਾਕੀ ਕੰਮ ਵੀ ਕਰ ਲਈਏ। ਇਸ ਮਾਮਲੇ ਦੇ ਵਿੱਚ ਜਿਹੜੇ ਮੈਂ ਗੱਲ ਹੈ ਤੇ ਰਾਜਪਾਲ ਸੱਤਿਆਪਾਲ ਮਲਿਕ ਉਹਨਾਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾਂ ਭਾਸ਼ਣ ਕੀਤੇ, ਉਹਦੇ ਬਾਰੇ ਤੁਸੀਂ ਕੀ ਸਮਝਦੇ? ਉਹ ਉਹਨਾਂ ਨੇ ਦੇਖੋ ਮੈਂ ਬੜਾ ਹੈਰਾਨ ਹੈ ਕਿ ਗਵਰਨਰ ਹੋਵੇ, ਲੀਡਰ ਉਹ ਬੀਜੇਪੀ ਦਾ ਲੱਗਿਆ ਹੋਵੇ ਤੇ ਖੁੱਲ੍ਹ ਕੇ ਸਟੈਂਡ ਲੈ ਰਿਹਾ ਹੋਵੇ, ਐਪਰੀਸ਼ੀਏਬਲ ਹੈ। ਡੈਮੋਕ੍ਰੇਸੀ ਹੋਣਾ ਚਾਹੀਦਾ। ਜੇ ਬੋਲਣ ਦੀ ਆਜ਼ਾਦੀ ਤੇ ਵਿਊਜ਼ ਆਪਣੇ ਰੱਖਣ ਦੀ ਆਜ਼ਾਦੀ ਹੈ ਤਾਂ ਉਹਦੇ ਦਾਇਰੇ ਦੇ ਵਿੱਚ ਆਉਂਦਾ। ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਤੇ ਜਾਟਾਂ ਨੂੰ, ਸਿੱਖਾਂ ਨੂੰ ਬਿਲਕੁਲ ਨਾਰਾਜ਼ਗੀ ਇਹਨਾਂ ਨੂੰ। ਡੈਮੋਕ੍ਰੇਸੀ ਦੇ ਵਿੱਚ ਤਾਂ ਨਾਰਾਜ਼ ਕਿਸੇ ਸੈਕਸ਼ਨ ਨੂੰ ਵੀ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ, ਸਰਕਾਰਾਂ ਬਦਲਣੀਆਂ ਇੱਥੇ ਜਾਂਦੀਆਂ, ਜਿਹੜੀ ਸਰਕਾਰ ਨਾਰਾਜ਼ ਕਰੇਗੀ ਉਹ ਲੋਕ ਧੱਕਾ ਮਾਰ ਕੇ ਬਾਹਰ ਕੱਢ ਦੇਣਗੇ। ਹੁਣ ਉਹੀ ਸਿਚੁਏਸ਼ਨ ਆ ਗਈ। ਕੱਲ੍ਹ ਨੂੰ ਯੂਪੀ ਦੇ ਵਿੱਚ ਜੇ ਬੀਜੇਪੀ ਹਾਰ ਜਾਂਦੀ ਹੈ ਤਾਂ 2024 ਤੇ ਕੁਐਸਚਨ ਮਾਰਕ ਲੱਗ ਗਿਆ ਮੋਦੀ ਜੀ, ਕਿਉਂਕਿ ਉਹਨਾਂ ਦਾ ਇਹ ਤੋਂ ਵੀ ਅੱਗੇ ਗਏ ਨਾ। ਉਹਨਾਂ ਇੱਕ ਵਾਰੀ ਪਹਿਲਾਂ ਕਿਹਾ ਸੀ ਵੀ ਉਹ ਲੀਡਰ ਜਿਹੜੇ ਆ ਕੁੱਤੇ ਨੂੰ ਮਾਰਨ ਦੇ ਉੱਪਰ ਵੀ ਅਫਸੋਸ ਜ਼ਾਹਰ ਕਰਦੇ ਆ, ਤੇ ਇੱਥੇ 650 ਤੋਂ ਉੱਪਰ ਕਿਸਾਨ ਜਿਹੜੇ ਆ ਮਾਰੇ ਗਏ, ਦਮ ਤੋੜ ਗਏ, ਕੁਰਬਾਨ ਜਾਨਾਂ ਕਰਕੇ, ਉਹਨਾਂ ਬਾਰੇ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ। ਦੇਖੋ ਮੈਂ ਸਿਰਫ 2024 ਦੀ ਗੱਲ ਨਹੀਂ, ਮੈਂ ਹੋਰ ਅੱਗੇ ਚੱਲਦਾ। ਜਿਹੜਾ ਬੀਜੇਪੀ ਦਾ ਅਸਲੀ ਏਜੰਟ ਹੈ, ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ। ਹਿੰਦੂ ਰਾਸ਼ਟਰ ਵੱਲ ਤਾਂ ਹੀ ਵੱਧ ਸਕਣਗੇ ਜੇ ਯੂਪੀ ਦੀ ਇਲੈਕਸ਼ਨ ਜਿੱਤੀ ਜਾਂਦੀ ਹੈ ਤਾਂ।
ਗੱਲ ਸਿਰਫ 2024 ਦੀ ਨਹੀਂ ਹੈ। ਹੁਣ ਇਹਨਾਂ ਨੂੰ ਹੌਲੀ ਹੌਲੀ ਹੋਸ਼ ਆਉਣ ਲੱਗੀ ਹੈ ਕਿ ਸਾਡਾ ਡੈਮੇਜ ਹੋ ਰਿਹਾ। ਜਿਹੜੀ ਤੁਸੀਂ ਮਰੇ ਦੀ ਗੱਲ ਕੀਤੀ ਹੈ, ਪੋਲੀਟੀਸ਼ੀਅਨ ਨੂੰ ਕਿਸੇ ਦੇ ਮਰੇ ਦਾ ਕੋਈ ਦੁੱਖ ਨਹੀਂ ਹੁੰਦਾ। ਇਹ ਬੜੀ ਰੂਥਲੈਸ ਜਮਾਤ ਹੈ। ਇਹਨਾਂ ਦਾ ਲੋਕਾਂ ਦੇ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ। ਇਹਨਾਂ ਨੇ ਦੇਖਣਾ ਕਿ ਰੋਲ ਕਿਵੇਂ ਕਰਨਾ। ਜਦੋਂ ਇਹਨਾਂ ਦੇ ਸੱਟ ਵੱਜਦੀ ਹੈ ਤੇ ਦਰਦ ਹੁੰਦੀ ਹੈ, ਉਦੋਂ ਇਹ ਫਿਰ ਪੱਟੀ ਬੰਨ੍ਹਣ ਦੀ ਕੋਸ਼ਿਸ਼ ਕਰਦੇ। ਹੁਣ ਇਹੀ ਹੋਇਆ, ਸੱਟ ਤਕੜੀ ਵੱਜੀ ਹੈ ਮੋਦੀ ਸਰਕਾਰ ਨੂੰ, ਤੇ ਉਸ ਤੋਂ ਬਾਅਦ ਇਹ ਐਕਸ਼ਨ ਹੋਇਆ। ਚਲੋ ਤਿੰਨੇ ਖੇਤੀ ਕਾਨੂੰਨ ਲੈ ਕੇ ਤਾਂ ਇਹ ਵੱਡੀ ਗੱਲ ਹੋ ਗਈ ਹੈ, ਮਤਲਬ ਵੀ ਉਹ ਲੈਣੇ ਚਾਹੀਦੇ ਸੀਗੇ ਸਾਰੇ ਪਾਸੇ ਇੱਕ ਆਵਾਜ਼। ਜਿਹੜੇ ਬਾਕੀ ਮਸਲੇ ਉਹਨਾਂ ਦੇ ਉੱਪਰ ਮੋਦੀ ਸਰਕਾਰ ਗੱਲਬਾਤ ਕਰਨ ਲਈ ਅਜੇ ਵੀ ਤਿਆਰ ਨਹੀਂ। ਕੀ ਹੋਏਗਾ? ਗੱਲਬਾਤ ਤਾਂ ਪਹਿਲਾਂ ਵੀ ਨਹੀਂ ਕੀਤੀ। ਨਹੀਂ, ਪਹਿਲਾਂ ਤਾਂ ਇੱਕ ਸਮੇਂ ਜਿਹੜੀ 11 ਮੀਟਿੰਗਾਂ ਪਹਿਲੀਆਂ ਹੋਈਆਂ, ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਪਿਛਲੀ ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਹਾਂ, 22 ਜਨਵਰੀ ਤੋਂ ਬਾਅਦ ਕੋਈ। ਹਾਂ, ਇਹ ਯੂਨੀਲੈਟਰਲ ਨਾਲ ਹੋਣੀ ਕੀਤੀ ਸਾਰੀ। MSP ਤੇ ਥ੍ਰੈਡਬੇਅਰ ਸਾਡੀ ਡਿਸਕਸ਼ਨ ਹੋਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਇਸ਼ੂ ਇਹ ਸੈਟਲ ਹੋਣੀ ਚਾਹੀਦੀ ਹੈ। ਜੇ ਪੰਜਾਬ ਤੇ ਹਰਿਆਣਾ ਨੇ ਹਿੰਦੁਸਤਾਨ ਨੂੰ ਫੂਡ ਸਿਕਿਉਰਿਟੀ ਦਿੱਤੀ ਹੈ, ਤੇ ਹੁਣ ਜਿਹੜੇ ਲੋਕ ਆਪਣੇ ਆਪ ਨੂੰ ਹੁਣ ਤਬਾਹੀ ਕੀਤਾ ਇਹਨਾਂ ਨੇ, ਕਿਸਾਨਾਂ ਨੇ ਆਪਣੀ ਜ਼ਮੀਨ ਵੀ ਜ਼ਹਿਰੀਲੀ ਹੋ ਗਈ ਪੰਜਾਬ ਦੀ। ਸਿਰਫ MSP ਦੀ ਨਹੀਂ ਕਰਦੀ। ਮੇਰੇ ਖਿਆਲ 'ਚ ਇਸ਼ੂ ਕਿਸਾਨੀ ਦੇ ਬਹੁਤ ਵੱਡੇ ਹੈ। ਜਿਹੜੀ ਪੰਜਾਬ ਦੀ ਜ਼ਮੀਨ ਜ਼ਹਿਰੀਲੀ ਹੋਈ ਹੈ, ਉਹਦਾ ਪ੍ਰਬੰਧ ਕੌਣ ਕਰੇਗਾ? MSP ਦਾ ਇੱਕ ਐਸਪੈਕਟ ਇਹ ਪੰਜਾਬ ਦੀ ਬ੍ਰੌਡ ਬੇਸਡ ਪਾਲਿਸੀ ਐਗਰੀਕਲਚਰ ਤੇ ਚਾਹੀਦੀ ਹੈ। ਪਰ ਜਗਤਾਰ, ਜੇ ਇਸ ਤਰੀਕੇ ਨਾਲ ਠੀਕ ਹੈ ਖੇਤੀ ਕਾਨੂੰਨ ਵਾਪਸ ਲੈਣ ਦਾ ਪ੍ਰੋਸੈਸ ਸ਼ੁਰੂ ਹੋ ਗਿਆ, ਜੇ ਬਾਕੀ ਮਸਲਿਆਂ ਤੇ ਗੱਲਬਾਤ ਨਹੀਂ ਹੁੰਦੀ ਤਾਂ ਅੰਦੋਲਨ ਜਾਰੀ ਰਹੇਗਾ। ਤੁਸੀਂ ਇਹਦੇ ਬਾਰੇ ਕੀ ਸੋਚਦੇ? ਮੇਰੇ ਖਿਆਲ ਉਹ ਜਾਰੀ ਰਹੇਗਾ ਕਿ ਜਿਹੜੀ ਕੱਲ੍ਹ ਇੰਡੀਕੇਸ਼ਨ ਆਈ ਹੈ, ਤੇ ਇਹ ਅੰਦੋਲਨ ਜਾਰੀ ਰਹੇਗਾ। ਔਰ ਸਭ ਤੋਂ ਜਿਹੜਾ ਪੋਜ਼ਿਟਿਵ ਐਸਪੈਕਟ ਹੈ, ਜਿਹੜੀ ਵਿਮਨ ਦੀ ਪਾਰਟਿਸਿਪੇਸ਼ਨ ਹੈ ਇਸ ਅੰਦੋਲਨ ਦੇ ਵਿੱਚ, ਉਹ ਬੜੀ ਕਮਾਲ ਦੀ ਹੈ, ਪਹਿਲਾਂ ਕਦੇ ਦੇਖੀ ਨਹੀਂ ਗਈ। ਤੇ ਇਹ ਅੰਦੋਲਨ ਨਵੀਆਂ ਪੈੜਾਂ ਪਾ ਰਿਹਾ ਸੋ ਹਿੰਦੁਸਤਾਨ ਦੀ ਸਿਆਸਤ ਵਿੱਚ ਇੱਕ ਬਹੁਤ ਇੱਕ ਪੋਜ਼ਿਟਿਵ ਰੋਲ ਪਲੇ ਕਰੇਗਾ। ਦੂਜਾ ਤੁਸੀਂ ਕਹਿੰਦੇ ਵੀ ਯੂਪੀ ਦੇ ਵਿੱਚ ਇਹਨਾਂ ਨੂੰ ਸੈਟਬੈਕ ਲੱਗਣੀ ਜਿਹੜੀ ਹੈ, ਇਸ ਕਰਕੇ ਇਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ। ਕੀ ਜੇ ਅੰਦੋਲਨ ਜਾਰੀ ਰਹਿੰਦਾ ਫਿਰ ਨਹੀਂ ਸੈਟਬੈਕ ਹੋਰ ਨਹੀਂ ਵਧੇਗੀ? ਜਿਹੜਾ ਇਹਨਾਂ ਨੂੰ ਨੁਕਸਾਨ ਦਾ ਮਾਮਲਾ ਹੋਰ ਨਹੀਂ ਯੂਪੀ 'ਚ ਵਧੇਗਾ? ਇੱਕ ਪੁਆਇੰਟ ਤੱਕ ਜਿਹੜਾ ਡੈਮੇਜ ਹੁੰਦਾ ਕਈ ਵਾਰੀ ਕੰਟਰੋਲ ਹੋ ਜਾਂਦਾ। ਇਹਨਾਂ ਦੀ ਕੈਲਕੂਲੇਸ਼ਨ ਇਹੀ ਹੋ ਸਕਦੀ ਹੈ ਵੀ ਇੰਨਾ ਕਰ ਦਈਏ ਤੇ ਉਸ ਤੋਂ ਬਾਅਦ ਦੇਖਦੇ ਇੱਕ ਹਮਲਾ ਹੋਰ ਮਾਰਨਗੇ ਤੇ ਸ਼ਾਇਦ ਬਾਕੀ ਕੰਮ ਹੀ ਹੋ ਜਾਏਗਾ। ਹੁਣ ਉਹ ਵੀ ਬਣ ਜਾਣਗੇ, ਕਿਉਂਕਿ ਯੂਪੀ ਦੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ, ਮਤਲਬ ਜਿਹੜਾ ਪੱਛਮੀ ਯੂਪੀ ਹੈ, ਜਿਵੇਂ ਪੰਜਾਬ ਦੇ ਵਿੱਚ ਇਹਨਾਂ ਦੀ ਲੀਡਰਸ਼ਿਪ ਨਾਲ ਹੋ ਰਿਹਾ, ਉਹੀ ਬਿਹੇਵੀਅਰ ਪੱਛਮੀ ਯੂਪੀ ਦੇ ਵਿੱਚ ਹੋ ਰਿਹਾ, ਤੇ ਉਹ ਤੋਂ ਵੀ ਅੱਗੇ ਨੂੰ ਵਧ ਰਿਹਾ। ਤੇ ਇਸ ਕਰਕੇ ਇਹਨਾਂ ਨੂੰ ਗੱਲਬਾਤ ਤਾਂ ਇਸ ਮੁੱਦੇ ਤੇ ਕਰਨੀ ਪਏਗੀ, ਮੈਨੂੰ ਲੱਗਦਾ। ਨਹੀਂ, ਗੱਲਬਾਤ ਕਰਨੀ ਪਏਗੀ। ਸਮੱਸਿਆ ਕੀ ਹੈ? ਹਾਂਜੀ, ਜਿਹੜੇ ਇਹ ਸਾਰੇ ਕਾਨੂੰਨ ਹੈ ਤਾਂ ਜੋ ਕੁਛ ਇਹ ਹੋ ਰਿਹਾ MSP ਵਗੈਰਾ ਦਾ ਫੈਸਲਾ ਲੈਣਾ, ਇਹ ਸਾਰਾ ਜਿਹੜੀ ਸਿਸਟਮ ਹੈ ਇਹ ਕਿੱਥੋਂ ਆਉਂਦਾ ਹੈ? WTO ਸਾਈਡ ਅਸੀਂ ਸੈਕਟਰੀ ਨੇ, IMF, ਵਰਲਡ ਬੈਂਕ, WTO। ਦਿੱਲੀ ਪਾਰਟੀ ਕੋਈ ਪਾਵਰ 'ਚ ਹੋਵੇ, ਸਾਰੇ ਸੇਮ ਪਾਲਿਸੀ ਮੰਗਦੇ। ਜੇ ਕਾਂਗਰਸ, ਮੈਂ ਵਾਰ-ਵਾਰ ਕਹਿਣਾ ਹੁੰਦਾ, ਜੇ ਕਾਂਗਰਸ ਦਿੱਲੀ 'ਚ ਪਾਵਰ 'ਚ ਹੁੰਦੀ, ਉਹਨਾਂ ਨੇ ਇਹੀ ਕਾਨੂੰਨ ਲੈ ਕੇ ਆਉਣੇ ਸੀ, ਤੇ BJP ਨੇ ਇਸ ਤਰ੍ਹਾਂ ਹੀ ਅਪੋਜ਼ ਕਰਨਾ ਸੀ। ਬਿਲਕੁਲ। ਕੋਈ ਵੀ ਪਾਰਟੀ ਹੈ, ਇਹਨਾਂ ਸਾਰਿਆਂ ਦੀ ਇੱਕੋ ਹੀ ਰਾਏ ਹੈ ਇਕਨੋਮਿਕ ਪਾਲਿਸੀ ਤੇ। ਇਹ ਓਪਨ ਮਾਰਕੀਟ ਤੇ ਸਾਰੇ ਹਾਮੀ ਭਰਦੇ ਕਿ ਲੀਵਰੇਜ ਮੋਦੀ ਸਰਕਾਰ ਕੋਲੇ ਹੈ ਹੋਰ ਚੇਂਜਸ ਲਿਆਉਣ ਦੀ, ਕਿ WTO ਤੋਂ ਪੁੱਛਣਾ ਪੈਣਾ। MSP ਦਾ ਮਸਲਾ ਉੱਥੇ ਫਸ ਜਾਣਾ। ਚਲੋ ਇਸ ਤੋਂ ਹਟ ਕੇ ਜਿੱਧਰ ਨੂੰ ਪੰਜਾਬ ਜਾ ਰਿਹਾ ਹੈ, ਪੰਜਾਬ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ, ਤੈਨੂੰ ਕੀ ਲੱਗਦਾ ਵੀ ਕੀ ਵੇ ਆਊਟ ਚੋਣਾਂ 'ਚ ਕਿੱਧਰ ਕੀ ਬਣੇਗਾ ਰਸਤਾ, ਕਿ ਵੇਟ ਕਰਨੀ ਪਏਗੀ? ਮੇਰੇ ਖਿਆਲ ਹਾਲੇ ਤੱਕ ਤਾਂ ਸਿਚੁਏਸ਼ਨ ਬਹੁਤ ਫਲੂਇਡ ਹੈ। ਪੰਜਾਬ ਕਦੇ ਇਸ ਤਰ੍ਹਾਂ ਫਲੂਇਡ ਨਹੀਂ ਸੀ ਹੁੰਦਾ। ਪੰਜਾਬ ਤਾਂ 6 ਮਹੀਨੇ ਪਹਿਲਾਂ ਕਲੀਅਰ ਹੁੰਦਾ ਸੀ ਵੀ ਅੱਜ ਕੀ ਇਸ ਪਾਰਟੀ ਦੀ ਸਰਕਾਰ ਬਣਨੀ। ਅੱਜ ਦੀ ਤਰੀਕ ਤੱਕ ਸਿਚੁਏਸ਼ਨ ਕਲੀਅਰ ਨਹੀਂ। ਸੋ ਇਸ ਦਾ ਮਤਲਬ ਹੋਰ ਉਡੀਕ ਕਰਨੀ ਪਏਗੀ। ਮੇਰੇ ਖਿਆਲ 'ਚ ਹਾਲੇ ਮਹੀਨਾ ਹੋਰ ਲੱਗ ਜਾਏਗਾ। ਜਦ ਤੱਕ ਆਪਣੇ ਨਵਜੋਤ ਸਿੰਘ ਸਿੱਧੂ ਥੋੜ੍ਹਾ ਜਿਹਾ ਹੋਰ ਡੈਮੇਜ ਨਹੀਂ ਕਰ ਲੈਂਦੇ, ਉਦੋਂ ਤੱਕ ਗੱਲ ਕਲੀਅਰ ਨਹੀਂ ਹੋਣੀ। ਉਹਨਾਂ ਨੂੰ ਥੋੜ੍ਹਾ ਹੋਰ ਡੈਮੇਜ ਕਰ ਲੈਣ ਤੇ ਫਿਰ ਗੱਲ ਪਤਾ ਲੱਗ ਜਾਏ।
ਕੀ ਕਾਂਗਰਸ ਹਾਈ ਕਮਾਂਡ ਨਹੀਂ ਇਸ ਗੱਲ ਨੂੰ ਦੇਖਦੇ? ਇਹ ਤਾਂ ਹੁਣ ਉਹਨਾਂ ਦੀ ਪਾਰਟੀ ਵਾਲਿਆਂ ਨੂੰ ਪਤਾ ਹੋਏਗਾ। ਸੋ ਮਤਲਬ ਸਥਿਤੀ ਅਜੇ ਜਿਹੜੀ ਆ ਉਹ ਉਹਨਾਂ ਦਾ ਏਜੰਡਾ ਬੜਾ ਕਲੀਅਰ ਹੈ। ਮੈਨੂੰ ਤਾਂ ਲੱਗਦਾ ਕਿ ਉਹ ਕਹਿੰਦੇ ਜੀ ਮੈਂ ਨਹੀਂ ਬਣਨਾ, ਕੋਈ ਹੋਰ ਕਿਉਂ ਬਣੇ। ਠੀਕ। ਸੋ ਜਗਤਾਰ ਜੀ, ਸਾਡੇ ਨਾਲ ਇਹ ਸ਼ੋਅ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫਿਰ ਕਿਸੇ ਵੇਲੇ ਪੰਜਾਬ ਦੀ ਰਾਜਨੀਤੀ ਤੇ ਗੱਲਬਾਤ ਕਰਾਂਗੇ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਆਗਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ।